कि 80% लोग अजिहे ने जिहड़े दवाइयां दे सहारे जी रहे ने। क्यों जिहड़ा शूगर आ लोकां ते अटैक इन्नी छेती करता जा रहा? टेंशन बहुत है लोगों जी, टेंशन दे नाल शूगर बहुत बढ़दी। परहेज करांगे तां तुसीं बहुत तंदुरुस्त रहोगे, कोई शूगर नेड़े भी नहीं आ सकदा। 20 साल के नौजवान शूगर की चपेट दे विच आउंदे ਜਾਂਦੇ नहीं, छोटे छोटे बच्चों नूं जी जिद्दां शूगर की असीं दवाई बनाई आ बच्चों वास्ते, जे इंसुलिन का टीका ले रहे वो ठीक हो रहा, दूजे बजुर्ग है जां कोई उन्होंने लत्तां बद्धां कट्टणियां पैंदियां शूगर ज़्यादा वधन करके, ते शूगर की दवाई जे देसी दवाई तुसीं कोई भी किसी भी ट्रीटमेंट दे तुहानूं बीमारी तुसीं उहदे ते बहुत कारगर है। वो जिन्ना समा खाते हैं उन्ना समा ठीक रहते हैं, पर जदों दवाइयां बंद कर देंगे ने तो किते ना किते उन्होंने बॉडी नूं नुकसान होने लग जाता। नहीं ऐसी कोई गल नहीं, वो तो अंग्रेजी में है जी, देसी दे क्यों, देसी का साइड इफेक्ट है ही नहीं कोई भी, ये तो जड़ तो खत्म कर देंदी है। क्योंकि सानू एक चंगा रिस्पॉन्स आया सी, ऑडियंस की मंग हुई सी कि तुहानूं दोबारा फिर तो ऑडियंस के नाल जोड़िया जाए, तुहाडीआं जिहड़ियां तजर्बे ने तुहाडे वो ऑडियंस तक लैके जाए जान। जे तुसीं दवाई मंगानी है तुसीं कोरियर के थ्रू मंगा सकते हैं, जिद्दां शूगर की हो गई, गोडियां की हो गई, जां तुसीं बीपी हाई जां लो, जां मतलब अखां दे विच चिट्टा मोतिया काला मोतिया, जां बच्चों दे भैगापन हुंदा भैगा, वो भी साडी दवाई बहुत अच्छे रिजल्ट आउंदे। देसी दवाइयां दा जिहड़ा एक तां साइड इफेक्ट नहीं हैगा जी, ये तुहानूं 2-3 बीमारियां जे एक मतलब किसी बीमारी की दवाई खाए दूजियां भी ठीक हो जांदियां उहदे नाल जी। इस टाइम जो मैं देखिया लोकी अंग्रेजी दवाइयां तो हट के देसी दवाइयां चाह रहे जी, पक्का 100% जी, उन्होंने विश्वास हो रहा कि वाकई दवाइयां है। अपने ਉਹਦੇ ਅੱਖ ਦੇ ਵਿੱਚ ਆ ਜਾਂਦਾ ਤਾਂ ਉਹਨੂੰ ਖੁਦ ਪਤਾ ਲੱਗ ਜਾਂਦਾ, ਲੜਕਣ ਦਾ ਨਹੀਂ ਕਹਿੰਦਾ, ਉਹਨੂੰ ਪਤਾ ਲੱਗਦਾ ਵੀ ਧੁੰਦਰਾ ਧੁੰਦਰਾ ਦੇਖਦਾ ਮੇਰੀ ਕੋਈ ਕੁਛ ਹੈ ਜੀ, ਉਹ ਡਾਕਟਰ ਡਿਕਲੇਅਰ ਕਰ ਦਿੰਦਾ ਵੀ ਕਾਲਾ ਮੋਤੀ ਜਾਂ ਚਿੱਟਾ। ਸਕਰੋਲ ਪੰਜਾਬ ਨਾਲ ਬਣੇ ਹੋਏ ਹੋ ਤੁਸੀਂ ਤਾਂ ਅੱਜ ਦੇਖਿਆ ਜਾਵੇ ਜੋ ਮੌਕੇ ਦੇ ਮਾਹੌਲ ਇਹ ਚੱਲ ਰਿਹਾ ਕਿ ਅੱਜ ਤਕਰੀਬਨ ਜੇ ਕਿਹਾ ਜਾਵੇ ਕਿ 80% ਲੋਕ ਅਜਿਹੇ ਨੇ ਜਿਹੜੇ ਦਵਾਈਆਂ ਦੇ ਸਹਾਰੇ ਜੀ ਰਹੇ ਨੇ, ਕਿਉਂਕਿ ਕਿਸੇ ਨੂੰ ਕੋਈ ਟੈਨਸ਼ਨ ਆ, ਕਿਸੇ ਨੂੰ ਕੋਈ ਬਿਮਾਰੀ ਆ। ਤਾਂ ਕੁਝ ਸਮਾਂ ਪਹਿਲਾਂ ਸਕਰੋਲ ਪੰਜਾਬ ਤੇ ਤੁਹਾਡੀ ਮੁਲਾਕਾਤ ਭਾਈ ਮਲਕੀਤ ਸਿੰਘ ਮਾਨ ਹੋਰਾਂ ਦੇ ਨਾਲ ਕਰਵਾਈ ਸੀ, ਅੰਬਾਲਾ ਕੈਂਟ ਵਾਲੇ, ਜਿਨ੍ਹਾਂ ਨੇ ਕਈ ਅਜਿਹੇ ਨੁਕਤੇ ਤੁਹਾਨੂੰ ਦੱਸੇ ਸੀ, ਅਜਿਹੀਆਂ ਕਈ ਦਵਾਈਆਂ ਦੱਸੀਆਂ ਸੀ ਜਿਨ੍ਹਾਂ ਦਾ ਇੱਕ ਚੰਗਾ ਰਿਸਪੌਂਸ ਆਇਆ। ਤੇ ਤੁਹਾਡੀ ਮੰਗ ਤੇ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜੇ ਨੇ ਭਾਈ ਮਲਕੀਤ ਸਿੰਘ ਮਾਨ ਹੋਰੀ। ਤਾਂ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤਾਂ ਮਾਨ ਸਾਹਿਬ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਕਰੀਬ ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਵਿੱਚ 80% ਲੋਕ ਅਜਿਹੇ ਨੇ ਜਿਹੜੇ ਦਵਾਈਆਂ ਸਹਾਰੇ ਜੀ ਰਹੇ ਨੇ, ਕਿਉਂਕਿ ਕਿਸੇ ਨੂੰ ਕੋਈ ਟੈਨਸ਼ਨ ਆ, ਕਿਸੇ ਨੂੰ ਕੋਈ ਬਿਮਾਰੀ ਆ। ਅੱਜ ਦਾ ਜਿਹੜਾ ਮਾਹੌਲ ਚੱਲ ਰਿਹਾ ਤਾਂ ਤੁਸੀਂ ਜਿਸ ਢੰਗ ਦੇ ਨਾਲ ਪਹਿਲਾਂ ਲੋਕਾਂ ਨੂੰ ਇੱਕ ਵੱਖਰੇ ਢੰਗ ਦੇ ਨਾਲ ਪ੍ਰੇਰਿਤ ਕੀਤਾ ਸੀ, ਖਾਸ ਕਰਕੇ ਜਿਹੜੇ ਲੋਕ ਅੰਗਰੇਜ਼ੀ ਦਵਾਈਆਂ ਤੇ ਲੱਗੇ ਹੋਏ ਨੇ ਉਹਨਾਂ ਨੂੰ ਜਿਸ ਢੰਗ ਦੇ ਨਾਲ ਪ੍ਰੇਰਿਤ ਕਰਕੇ ਇਹ ਇੱਕ ਦੇਸੀ ਦਵਾਈ ਵੱਲ ਲੈ ਕੇ ਗਏ ਸੀ ਤੇ ਉਹਨਾਂ ਨੂੰ ਨੁਕਤੇ ਜਿਹੜੇ ਦੱਸੇ ਸੀ, ਤਾਂ ਜ਼ਰੂਰ ਆਪਾਂ ਸ਼ੁਰੂਆਤ ਆ ਜਿਹੜੀ ਸ਼ੂਗਰ ਤੋਂ ਕਰਦੇ ਹਾਂ, ਕਿਉਂਕਿ ਸ਼ੂਗਰ ਇੱਕ ਵੱਡੀ ਬਿਮਾਰੀ ਦਾ ਰੂਪ ਧਾਰਨ ਕਰਦੀ ਜਾਂਦੀ ਹੈ। ਮਾਨ ਸਾਹਿਬ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਸ਼ੂਗਰ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਸ਼ੂਗਰ ਦੇ ਕਾਰਨ ਕੀ ਨੇ, ਕਿਉਂ ਜਿਹੜਾ ਸ਼ੂਗਰ ਆ ਲੋਕਾਂ ਤੇ ਅਟੈਕ ਇੰਨੀ ਛੇਤੀ ਕਰਦਾ ਜਾ ਰਿਹਾ? ਸ਼ੂਗਰ ਦੇ ਕਾਰਨ ਹੈ ਕਿ ਪਹਿਲੀ ਗੱਲ ਤਾਂ ਟੈਨਸ਼ਨ ਬਹੁਤ ਆ ਲੋਕਾਂ ਜੀ, ਟੈਨਸ਼ਨ ਦੇ ਨਾਲ ਸ਼ੂਗਰ ਬਹੁਤ ਵੱਧਦੀ ਹੈ। ਦੂਜਾ ਹੈਗਾ ਪਰਹੇਜ਼ ਕਰਨੇ ਦੇ ਵਿੱਚ ਤਾਂ ਲੋਕੀ ਵਿਸ਼ਵਾਸ ਹੀ ਨਹੀਂ ਕਰਦੇ ਪਰਹੇਜ਼ ਨਾਲ ਕੀ ਹੁੰਦਾ ਜੀ। ਪਰਹੇਜ਼ ਕਰਾਂਗੇ ਤਾਂ ਤੁਸੀਂ ਬਹੁਤ ਤੰਦਰੁਸਤ ਰਹੋਗੇ, ਕੋਈ ਸ਼ੂਗਰ ਨੇੜੇ ਵੀ ਨਹੀਂ ਆ ਸਕਦਾ। ਬਿਲਕੁਲ, ਕਿਉਂਕਿ ਮਾਨ ਸਾਹਿਬ ਪਹਿਲਾਂ ਜੀ ਉੱਥੇ ਤੁਹਾਨੂੰ ਨਾ ਕੋਈ ਦਵਾਈ ਦੀ ਵੀ ਜ਼ਰੂਰਤ ਨਹੀਂ, ਜੇ ਤੁਸੀਂ ਪਰਹੇਜ਼ ਕਰਕੇ ਸੈਰ ਕਰੋਗੇ ਜਾਂ ਟੈਨਸ਼ਨ ਨੂੰ ਦੂਰ ਕਰਾਂਗੇ, ਮੇਰਾ ਖਿਆਲ ਹੈ ਵੀ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਬਚ ਸਕੋਗੇ ਜੀ। ਤਾਂ ਮਾਨ ਸਾਹਿਬ ਦੇਖਿਆ ਜਾਵੇ ਪਹਿਲਾਂ ਆਮ ਸੁਣਦੇ ਸੀਗੇ ਕਿ ਜਿਹੜਾ ਸ਼ੂਗਰ ਆ ਉਹ ਜਿਹੜੇ ਕਰੀਬ 40 ਸਾਲ ਤੋਂ ਉੱਪਰ ਦੇ ਲੋਕ ਨੇ ਉਹਨਾਂ ਤੇ ਅਟੈਕ ਕਰਦਾ, ਖਾਸ ਕਰਕੇ ਬਜ਼ੁਰਗਾਂ ਤੇ ਅਟੈਕ ਕਰਦਾ, ਪਰ ਅੱਜ ਤਾਂ 20 ਸਾਲ ਦੇ ਨੌਜਵਾਨ ਸ਼ੂਗਰ ਦੀ ਚਪੇਟ ਦੇ ਵਿੱਚ ਆਉਂਦੇ ਜਾਂਦੇ ਨੇ। ਛੋਟੇ ਛੋਟੇ ਬੱਚਿਆਂ ਨੂੰ ਜੀ ਇੰਸੂਲਿਨ ਦੇ ਟੀਕੇ ਲੱਗਦੇ ਆ ਜੀ। ਹਾਂਜੀ ਬਿਲਕੁਲ, ਤਾਂ ਇਹ ਬਿਮਾਰੀ ਆ ਜਿਹੜੀ, ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ? ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੰਦਾ ਆਪਣੀ ਲਾਈਫ ਦੇ ਵਿੱਚ ਇੰਨਾ ਬਿਜ਼ੀ ਆ ਕਿ ਜ਼ਿਆਦਾ ਸਮਾਂ ਉਹ ਜਿਹੜਾ ਦੇਸੀ ਨੁਕਤਿਆਂ ਦੇ ਲਈ ਵੀ ਨਹੀਂ ਕੱਢ ਸਕਦਾ ਜਾਂ ਆਪਣੇ ਆਪ ਦੇ ਲਈ ਵੀ ਨਹੀਂ ਕੱਢ ਸਕਦਾ, ਕਿਉਂਕਿ ਕੰਮਾਂ ਕਾਰਾਂ ਦੇ ਵਿੱਚ ਇੰਨੇ ਵਿਅਸਤ ਹੋ ਚੁੱਕੇ ਨੇ ਲੋਕ। ਦੇਖੋ ਜੀ, ਮੇਰਾ ਕਹਿਣਾ ਆ ਜੇ ਪੜ੍ਹੇ ਲਿਖ ਲੋਕ ਆ ਸਾਰੇ ਹੀ, ਉਹ ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਨ ਜੀ, ਵੀ ਜੜੀਆਂ ਬੂਟੀਆਂ ਜਿਹੜੀਆਂ ਹੈਗੀਆਂ ਉਹ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਨੇ ਜੀ। ਹਰ ਇੱਕ ਬਿਮਾਰੀ ਵਾਸਤੇ ਜੜੀ ਬੂਟੀ ਕੰਮ ਕਰਦੀ ਹੈ। ਔਰ ਜੇ ਅਸੀਂ ਅਸਲੀ ਜੜੀਆਂ ਬੂਟੀਆਂ ਤਾਜ਼ੀਆਂ ਜਾਂ ਉਹ ਨੂੰ ਦੇਣ ਵਾਲਾ ਬੰਦਾ ਤਜਰਬੇਕਾਰ ਹੋਵੇ ਸਾਡੇ ਵਰਗਾ, ਤੇ ਮੇਰਾ ਖਿਆਲ ਆ ਵੀ ਬੰਦੇ ਦੀਆਂ ਜਿਹੜੀਆਂ ਬਿਮਾਰੀਆਂ ਉਹ ਸਾਰੀਆਂ ਦੂਰ ਹੋ ਸਕਦੀਆਂ, ਅੰਗਰੇਜ਼ੀ ਕੰਨੀ ਜਾਣ ਦੀ ਲੋੜ ਨਹੀਂ ਜੀ।
ਜਿਸ ਤਰ੍ਹਾਂ ਮੈਂ ਪਿੱਛੇ ਮੇਰਾ ਆਇਆ ਸੀ ਬੱਚੇ ਦੇ ਹਾਰਟ ਦੇ ਛੇਦ ਦਾ, ਮੈਂ ਬਹੁਤ ਬੱਚਿਆਂ ਨੂੰ ਦਵਾਈਆਂ ਦੇ ਚੁੱਕਿਆ ਜੀ, ਬਹੁਤ ਹੀ ਤੰਦਰੁਸਤ ਹੋ ਰਿਹਾ ਜੀ ਬੱਚੇ। ਹਾਰਟ ਦੇ ਛੇਦ ਦੇ ਵਿੱਚ ਮਤਲਬ ਜਿਹੜਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ, ਇਹ ਸਿਰਫ ਆਪਾਂ ਨੂੰ ਮਤਲਬ ਆਪਣੀ ਸਟੱਡੀ ਦੀ ਆ, ਕਿੰਨੀ ਸਟੱਡੀ ਤੇ ਬੰਦਾ ਕਿੱਥੇ ਪਹੁੰਚਿਆ। ਜਿੱਦਾਂ ਸ਼ੂਗਰ ਦੀ ਅਸੀਂ ਦਵਾਈ ਬਣਾਈ ਆ ਬੱਚਿਆਂ ਵਾਸਤੇ, ਜਿਹੜਾ ਇਨਸੂਲਿਨ ਦਾ ਟੀਕਾ ਲੈ ਰਿਹਾ ਉਹ ਠੀਕ ਹੋ ਰਿਹਾ, ਦੂਜੇ ਬਜ਼ੁਰਗ ਹੈ ਜਾਂ ਕੋਈ ਉਹਨਾਂ ਨੂੰ ਲੱਤਾਂ ਬੱਧਾਂ ਕੱਟਣੀਆਂ ਪੈਂਦੀਆਂ ਸ਼ੂਗਰ ਜ਼ਿਆਦਾ ਵਧਣ ਕਰਕੇ, ਤੇ ਸ਼ੂਗਰ ਦੀ ਦਵਾਈ ਜੇ ਦੇਸੀ ਦਵਾਈ ਤੁਸੀਂ ਕੋਈ ਵੀ ਕਿਸੇ ਵੀ ਟ੍ਰੀਟਮੈਂਟ ਦੇ ਤੁਹਾਨੂੰ ਬਿਮਾਰੀ ਹੈ ਤੁਸੀਂ ਉਹਦੇ ਤੇ ਬਹੁਤ ਕਾਰਗਰ ਹੈ ਜੀ। ਤਾਂ ਮਾਨ ਸਾਹਿਬ ਇੱਕ ਗੱਲ ਜ਼ਰੂਰ ਕਲੀਅਰ ਕਰਨਾ ਚਾਹਾਂਗੇ ਤਾਂ ਜੋ ਉਹ ਜਿਹੜੀ ਆਡੀਅנס ਆ ਉਹਨਾਂ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਭਰਮ ਨਾ ਰਹੇ। ਕੁਝ ਲੋਕਾਂ ਦੇ ਵੱਲੋਂ ਪਿੱਛੇ ਜੇ ਇਹ ਗੱਲਾਂ ਵੀ ਕਹੀਆਂ ਜਾਂਦੀਆਂ ਨੇ ਕਿ ਲੋਕ ਜਿਹੜੀਆਂ ਦੇਸੀ ਦਵਾਈਆਂ ਲੈ ਲਾਦੇ ਨੇ ਉਹ ਜਿੰਨਾ ਸਮਾਂ ਖਾਂਦੇ ਨੇ ਉਹਨਾਂ ਸਮਾਂ ਠੀਕ ਰਹਿੰਦੇ ਨੇ, ਪਰ ਜਦੋਂ ਦਵਾਈਆਂ ਬੰਦ ਕਰ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਬਾਡੀ ਨੂੰ ਨੁਕਸਾਨ ਹੋਣ ਲੱਗ ਜਾਂਦਾ। ਨਹੀਂ, ਐਸੀ ਕੋਈ ਗੱਲ ਨਹੀਂ ਜੀ, ਉਹ ਤਾਂ ਅੰਗਰੇਜ਼ੀ ਵਿੱਚ ਹੈ ਜੀ। ਦੇਸੀ ਦੇ ਕਿਉਂ, ਦੇਸੀ ਦਾ ਤਾਂ ਸਾਈਡ ਇਫੈਕਟ ਹੈ ਹੀ ਨਹੀਂ ਕੋਈ ਵੀ, ਇਹ ਤਾਂ ਜੜ ਤੋਂ ਖਤਮ ਕਰ ਦਿੰਦੀ ਹੈ ਜੀ। ਤਾਂ ਮਾਨ ਸਾਹਿਬ ਪਹਿਲਾਂ ਵੀ ਤੁਹਾਡੀ ਇੰਟਰਵਿਊ ਕੀਤੀ ਸੀ ਸਕਰੋਲ ਪੰਜਾਬ ਤੇ, ਕਿਉਂਕਿ ਸਾਨੂੰ ਇੱਕ ਚੰਗਾ ਰਿਸਪੌਂਸ ਆਇਆ ਸੀ, ਆਡੀਅנס ਦੀ ਮੰਗ ਹੋਈ ਸੀ ਕਿ ਤੁਹਾਨੂੰ ਦੁਬਾਰਾ ਫਿਰ ਤੋਂ ਆਡੀਅנס ਦੇ ਨਾਲ ਜੋੜਿਆ ਜਾਵੇ, ਤੁਹਾਡੀਆਂ ਜਿਹੜੀਆਂ ਤਜਰਬੇ ਨੇ ਤੁਹਾਡੇ ਉਹ ਆਡੀਅנס ਤੱਕ ਲੈ ਕੇ ਜਾਏ ਜਾਣ। ਤਾਂ ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ ਪਿਛਲੇ ਸਮੇਂ ਦੌਰਾਨ? ਦੇਖੋ ਗੱਲ ਇਸ ਤਰ੍ਹਾਂ, ਸਾਨੂੰ ਮੇਰਾ ਖਿਆਲ ਵੀ 2 ਲੱਖ ਕੋਈ 26,000 ਬੰਦੇ ਨੇ ਮਤਲਬ ਸਾਡਾ ਇਹ ਦੇਖਿਆ ਹੈ ਜੀ ਬਿਲਕੁਲ, ਤੇ 800-900 ਨੇ ਕਮੈਂਟਸ ਕੀਤੇ, ਮੈਨੂੰ ਪੁੱਛਿਆ ਜੀ ਤੁਸੀਂ ਇਹਨਾਂ ਦਾ ਜੀ ਬਿਲਕੁਲ ਸਾਡੇ ਦਾ ਨਹੀਂ ਪਤਾ ਜੀ ਬਿਲਕੁਲ ਮਾਨ ਸਾਹਿਬ, ਸਾਡੇ ਕੋਲ ਬਹੁਤ ਸਾਰੇ ਲੋਕਾਂ ਨੇ ਤੁਹਾਡਾ ਕੰਟੈਕਟ ਮੰਗਿਆ ਤੁਹਾਡਾ ਐਡਰੈਸ ਮੰਗਿਆ ਕਿ ਅਸੀਂ ਮਿਲਣਾ ਚਾਹੁੰਦੇ ਹਾਂ। ਤਾਂ ਇੱਥੇ ਆਪਾਂ ਕਲੀਅਰ ਕਰ ਦਈਏ, ਇੱਕ ਵਾਰ ਆਪਣਾ ਐਡਰੈਸ ਜ਼ਰੂਰ ਦੱਸ ਦਿਓ ਉਹ, ਤਾਂ ਕਿਉਂਕਿ ਨੰਬਰ ਨੀਚੇ ਜ਼ਰੂਰ ਫਲੈਸ਼ ਹੋ ਰਿਹਾ ਹੈਗਾ, ਉਸ ਨੰਬਰ ਦੇ ਰਾਹੀਂ ਤੁਸੀਂ ਮਾਨ ਸਾਹਿਬ ਦੇ ਨਾਲ ਸੰਪਰਕ ਸਾਧ ਸਕਦੇ ਹੋ। ਜੇ ਤੁਹਾਡਾ ਜਾਂ ਤੁਹਾਡਾ ਪਰਿਵਾਰ ਦਾ ਕੋਈ ਮੈਂਬਰ ਜਾਂ ਤੁਸੀਂ ਖੁਦ ਸ਼ੂਗਰ ਜਾਂ ਕਈ ਹੋਰ ਬਿਮਾਰੀਆਂ ਦਾ ਵੀ ਜ਼ਿਕਰ ਅੱਗੇ ਕਰਾਂਗੇ, ਜਿਹੜੀਆਂ ਜੇ ਉਹਨਾਂ ਬਿਮਾਰੀਆਂ ਤੋਂ ਤੁਸੀਂ ਪੀੜਤ ਹੋ ਤਾਂ ਤੁਸੀਂ ਮਾਨ ਸਾਹਿਬ ਦੇ ਨਾਲ ਸੰਪਰਕ ਸਾਧ ਸਕਦੇ ਹੋ। ਤਾਂ ਇੱਕ ਵਾਰ ਆਪਣਾ ਐਡਰੈਸ ਜ਼ਰੂਰ ਕਲੀਅਰ ਕਰ ਦਿਓ ਕਿ ਮੇਰਾ ਹੈਡ ਆਫਿਸ ਹੈ, ਤੇ ਹੁਣ ਜਿਹੜਾ ਅਸੀਂ ਇੱਥੇ ਮੋਹਾਲੀ ਬਣਾਇਆ ਹੈਗਾ ਉਹ 79 ਸੈਕਟਰ ਮੋਹਾਲੀ 9 ਨੰਬਰ ਸ਼ੋਰੂਮ ਜੀ, ਉੱਥੇ ਤੁਸੀਂ ਪਹੁੰਚ ਸਕਦੇ ਆ। ਜੇ ਤੁਸੀਂ ਦਵਾਈ ਮੰਗਾਣੀ ਹੈ ਤੁਸੀਂ ਕੋਰੀਅਰ ਦੇ ਥਰੂ ਮੰਗਾ ਸਕਦੇ ਆ, ਜਿੱਦਾਂ ਸ਼ੂਗਰ ਦੀ ਹੋ ਗਈ, ਗੋਡਿਆਂ ਦੀ ਹੋ ਗਈ, ਜਾਂ ਤੁਸੀਂ ਬੀਪੀ ਹਾਈ ਜਾਂ ਲੋ, ਜਾਂ ਮਤਲਬ ਅੱਖਾਂ ਦੇ ਵਿੱਚ ਚਿੱਟਾ ਮੋਤੀਆ, ਕਾਲਾ ਮੋਤੀਆ, ਜਾਂ ਬੱਚਿਆਂ ਦੇ ਭੈਗਾਪਨ ਹੁੰਦਾ, ਉਹ ਵੀ ਸਾਡੀ ਦਵਾਈ ਬਹੁਤ ਅੱਛੇ ਰਿਜ਼ਲਟ ਆ ਉਹਦੇ ਜੀ। ਤਾਂ ਦੱਸ ਦਈਏ ਕਿ ਇਹ ਅੰਬਾਲਾ ਕੈਂਟ ਜਾਂ ਫਿਰ ਮੋਹਾਲੀ ਤੁਸੀਂ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ। ਤੁਸੀਂ ਆਨਲਾਈਨ ਵੀ ਇਹਨਾਂ ਤੋਂ ਦਵਾਈ ਆ ਜਿਹੜੀ ਮੰਗਾ ਸਕਦੇ ਹੋ। ਪ੍ਰੋਸੀਜਰ ਵੀ ਮਾਨ ਸਾਹਿਬ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਕਿ ਇਹ ਜੇ ਕਿਸੇ ਕੋਈ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਲੋਕਾਂ ਦੇ ਕੋਲ ਸਮਾਂ ਬਹੁਤ ਥੋੜਾ ਹੈਗਾ, ਤਾਂ ਕਈ ਵਾਰ ਕਿਸੇ ਕੋਲ ਆਉਣ ਦਾ ਸਮਾਂ ਨਹੀਂ। ਜੇ ਆਨਲਾਈਨ ਦਵਾਈ ਮੰਗਾਉਣੀ ਹੋਵੇ ਉਹਦਾ ਮਿਲ ਜਾਏਗੀ, ਮੈਂ ਕੋਰੀਅਰ ਤੇ ਪਹੁੰਚ ਜਾਏਗੀ, ਆਪਣਾ ਐਡਰੈਸ ਭੇਜੋ ਤੇ ਆਪਣੀ ਦਵਾਈ ਪਹੁੰਚ ਜਾਏਗੀ, ਜਾਂ ਮੇਰੇ ਨਾਲ ਫੋਨ ਤੇ ਸਲਾਹ ਕਰ ਸਕਦੇ। ਹੋਰ ਬਿਮਾਰੀਆਂ ਵਾਸਤੇ ਵੀ ਤੁਸੀਂ ਸਲਾਹ ਕਰ ਸਕਦੇ ਆ ਜੀ, ਵੀ ਸਾਨੂੰ ਮਤਲਬ ਸਲਾਹ ਮਸ਼ਵਰੇ ਤੌਰ ਤੇ ਮੇਰੇ ਨਾਲ ਸਲਾਹ ਕਰੋ ਜੀ। ਤਾਂ ਮਾਨ ਸਾਹਿਬ ਦੇਖਿਆ ਵੀ ਜਾਵੇ, ਖਾਸ ਕਰਕੇ ਚਲੋ ਜੇ ਆਪਾਂ ਵੱਡਿਆਂ ਨੂੰ ਅਲੱਗ ਰੱਖ ਦਈਏ ਨਾ, ਜਿਹੜੇ ਨਾਰਮਲ ਬੱਚੇ ਨੇ, ਛੋਟੀ ਉਮਰ ਦੇ ਬੱਚੇ, ਉਹ ਵੀ ਕਈ ਬਿਮਾਰੀਆਂ ਦੇ ਵਿੱਚ ਘਿਰਦੇ ਜਾ ਰਹੇ ਨੇ, ਉਹਨਾਂ ਦਾ ਕੀ ਕਾਰਨ? ਉਹਨਾਂ ਦਾ ਤਾਂ ਜੀ ਮਾਂ-ਬਾਪ ਤੇ ਡਿਪੈਂਡ ਕਰਦਾ। ਉਹ ਤਾਂ ਹੁਣ ਜਦੋਂ ਜਨਮ 'ਚ ਬੱਚਾ, ਹੁਣ ਜਿੱਦਾਂ ਹਾਰਟ ਦਾ ਛੇਦ ਹੈ, ਇਹਨੂੰ PGI ਵਾਲੇ ਜਾਂ ਕੋਈ ਉਹਨੂੰ ਚੈੱਕ ਕਰਦੇ ਤਾਂ ਉਹ ਦੱਸ ਦਿੰਦੇ ਆ ਕਿ ਮਤਲਬ ਬੱਚਾ ਠੀਕ ਨਹੀਂ। ਉਹ ਤਾਂ ਜਦੋਂ ਬੱਚੇ ਦੀ ਪਰਵਰਿਸ਼ ਹੁੰਦੀ ਹੈ ਨਾ, ਮਤਲਬ ਮਾਂ ਕਰਦੀ, ਉਹਦੇ ਵਿੱਚ ਕੋਈ ਨਾ ਕੋਈ ਮਤਲਬ ਕੁਦਰਤ ਦੇ ਮਤਲਬ ਖੇਡ ਹੈ ਜੀ, ਬੱਚੇ ਦੇ ਮਤਲਬ ਅੰਦਰ ਰੋਗ ਆ ਜਾਂਦਾ ਜੀ। ਤਾਂ ਮਾਨ ਸਾਹਿਬ ਦੇਖਿਆ ਵੀ ਜੇ ਅੱਜ ਦੇ ਟਾਈਮ ਦੇ ਵਿੱਚ ਮਹਿੰਗਾਈ ਵੀ ਵੱਧਦੀ ਜਾ ਰਹੀ ਹੈ ਹਨਾ, ਕਿਉਂਕਿ ਮਹਿੰਗੇ ਇਲਾਜ ਵੀ ਮਹਿੰਗੇ ਹੋ ਚੁੱਕੇ ਨੇ। ਅੱਜ ਦੇ ਟਾਈਮ ਦੇ ਵਿੱਚ ਕਿਸੇ ਬੱਚੇ ਦੇ ਇਹ ਦਿਲ ਦੇ ਵਿੱਚ ਛੇਦ ਹੋਵੇ, ਜਾਂ ਕਿਸੇ ਨੂੰ ਸ਼ੂਗਰ ਵਰਗੀ ਬਿਮਾਰੀ ਹੋਵੇ, ਕਿਸੇ ਦੇ ਗੋਡਿਆਂ ਦੇ ਵਿੱਚ ਪੀੜ ਹੋਵੇ, ਤਾਂ ਜੇ ਇਲਾਜ ਕਰਵਾਉਣੇ ਨੇ, ਕਿਸੇ ਦੇ ਗੋਡੇ ਬਦਲੇ ਜਾਣ, ਤਾਂ ਹਸਪਤਾਲਾਂ ਦੇ ਵਿੱਚ ਕਾਫੀ ਸਾਰੇ ਉਹਨਾਂ ਤੋਂ ਪੈਸੇ ਲਏ ਜਾਂਦੇ ਨੇ, ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ ਨੇ। ਇਹ ਤਾਂ ਕੀ ਲੱਗਦਾ ਕਿ ਸਸਤੇ ਦੇ ਵਿੱਚ ਵਧੀਆ ਇਲਾਜ ਦੇਸੀ ਢੰਗ ਨਾਲ ਮਿਲ ਸਕਦਾ? ਹਾਂਜੀ, ਅੰਗਰੇਜ਼ੀ ਤੋਂ ਤਾਂ ਬਹੁਤ ਸਸਤਾ ਜੀ ਦੇਸੀ ਇਲਾਜ ਨਾਲ, ਜੜ ਤੋਂ ਦਵਾਈ ਬਿਮਾਰੀ ਖਤਮ ਹੁੰਦੀ ਹੈ ਜੀ। ਹਾਂਜੀ, ਇਹ ਤਾਂ ਮਾਨ ਸਾਹਿਬ ਦੇਖਿਆ ਵੀ ਜਾਵੇ, ਇਹ ਤਾਂ ਬੱਚਿਆਂ ਦੇ ਹਾਰਟ ਦੀ ਗੱਲ ਕਰ ਲਈ ਜਾਵੇ, ਸ਼ੂਗਰ ਦੀ ਗੱਲ ਕਰ ਲਈ ਜਾਵੇ, ਤੇ ਇੱਕ ਗੋਡਿਆਂ ਦੀ ਦਿੱਕਤ, ਕਿਉਂਕਿ ਪਹਿਲਾਂ ਮੰਨਦੇ ਸੀ ਕਿ ਗੋਡਿਆਂ ਦੀ ਦਿੱਕਤ ਖਾਸ ਕਰਕੇ ਬਜ਼ੁਰਗਾਂ ਨੂੰ ਆਉਂਦੀ ਹੈ ਜਦੋਂ ਵਡੇਰੀ ਉਮਰ ਦੇ ਵਿੱਚ ਹੋ ਜਾਂਦੇ ਨੇ, ਪਰ ਅੱਜ ਦੇ ਟਾਈਮ ਦੇ ਵਿੱਚ ਤਾਂ 20-20 ਸਾਲਾਂ ਦੇ, 15-15 ਸਾਲਾਂ ਦੇ ਨੌਜਵਾਨ ਨੇ ਜਿਹੜੇ, ਉਹਨਾਂ ਨੂੰ ਗੋਡਿਆਂ ਦੀ ਦਿੱਕਤ ਬੜੀ ਆਉਣ ਲੱਗੀ। ਇਹਦੇ ਕੀ ਕਾਰਨ ਨੇ? ਇਹਦੇ ਕਾਰਨ ਖਾਣ ਪੀਣ ਤੇ ਯਾਰ ਜੀ, ਬਾਏ ਵਾਲੀਆਂ ਚੀਜ਼ਾਂ ਬਹੁਤ ਖਾਂਦੇ ਜੀ ਅਸੀਂ ਜੀ। ਬਾਏ ਤੋਂ ਮਤਲਬ ਗੋਡੇ ਦੁਖਣੇ ਆ ਜੀ, ਫਿਰ ਵਜਨ ਬਹੁਤ ਹੈ ਜੀ, ਤੁਰਨਾ ਨਹੀਂ ਹੈ, ਬਿਲਕੁਲ ਬੈਠੇ ਰਹਿਣਾ ਜੀ। ਇਸ ਕਾਰਨ ਕਰਕੇ ਗੋਡੇ ਦੁਖਦੇ ਜੀ। ਕਿਉਂਕਿ ਇਹ ਬਿਮਾਰੀਆਂ ਨੇ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀਗਾ ਕਿਉਂਕਿ ਕਿਤੇ ਨਾ ਕਿਤੇ ਵੀ ਮੰਨ ਸਕਦੇ ਆ ਨਾ ਕਿ ਜਿਹੜੀ ਪਹਿਲਾਂ ਲੋਕਾਂ ਦਾ ਕੰਮਕਾਰ ਸੀਗਾ, ਕੰਮਕਾਰ ਥੋੜੇ ਹਾਰਡ ਹੁੰਦੇ ਸੀ। ਹੁਣ ਕੰਮਕਾਰ ਕੁਰਸੀਆਂ ਤੇ ਬੈਠ ਕੇ ਕਰਨ ਵਾਲੇ ਹੋ ਗਏ ਨੇ, ਕਿਸੇ ਕੋਲ ਇੰਨਾ ਸਮਾਂ ਨਹੀਂ ਕਿ ਸਵੇਰੇ ਉੱਠ ਕੇ ਉਹ ਥੋੜੀ ਕਸਰਤ ਕਰ ਲਵੇ, ਜਾਂ ਫਿਰ ਲੋਕ ਜੇ ਕਰਦੇ ਨੇ ਤਾਂ ਫਿਰ ਉਹ ਟੈਕਨੀਕਲ ਤੌਰ ਤੇ ਕਰਦੇ ਨੇ, ਜਿਵੇਂ ਜਿਮਸ ਵਗੈਰਾ ਦੇ ਵਿੱਚ ਕੀਤਾ ਜਾਂਦਾ ਗਾ। ਇਹਦਾ ਨੁਕਸਾਨ ਤਾਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਹੋ ਰਿਹਾ, ਪਰ ਇਹ ਵੀ
ਮੰਨਿਆ ਜਾਂਦਾ ਗਾ ਕਿ ਕੁਝ ਲੋਕਾਂ ਦਾ ਕਿ ਜਿਹੜੇ ਅੰਗਰੇਜ਼ੀ ਦਵਾਈਆਂ ਤੇ ਲੱਗ ਜਾਂਦੇ ਨੇ। ਮੰਨ ਲਓ ਅੱਜ ਕਿਸੇ ਬੰਦੇ ਦਾ ਸਿਰ ਪੀੜ ਕਰਦਾਗਾ, ਉਹਨੇ ਉਹਦੀ ਮੈਡੀਸਨ ਲੈ ਲਈ, ਅੰਗਰੇਜ਼ੀ ਦਵਾਈ ਲੈ ਲਈ, ਉਹ ਲਗਾਤਾਰ 1 ਹਫ਼ਤਾ 2 ਹਫ਼ਤੇ ਲੈਂਦਾਗਾ, ਉਸ ਤੋਂ ਬਾਅਦ ਉਹ ਦਵਾਈ ਆ ਜਿਹੜੀ ਉਹਨੂੰ ਕਿਤੇ ਨਾ ਕਿਤੇ ਨਸ਼ਿਆਂ ਦੇ ਵੱਲ ਵੀ ਲੈ ਕੇ ਜਾਂਦੀ ਆ। ਉਹ ਅੰਗਰੇਜ਼ੀ ਦਵਾਈ ਘਰ ਕਰ ਲੈਂਦੀ ਆ। ਜਿੱਦਾਂ ਤੁਸੀਂ ਮਾਈਗ੍ਰੇਨ ਦੀ ਦਵਾਈ ਹੈ ਜਾਂ ਸਰਵਾਈਕਲ ਦੀ ਦਵਾਈ ਅਸੀਂ ਦਿੰਦੇ ਆ ਜੀ, ਜਾਂ ਬੰਦੇ ਨੂੰ ਅੱਜ ਕੱਲ੍ਹ ਰਾਤ ਨੂੰ ਨੀਂਦ ਨਹੀਂ ਆਉਂਦੀ, ਅਸੀਂ ਦਵਾਈ ਦਿੰਦੇ ਉਹਨੂੰ ਜੀ, ਬੀਪੀ ਦੀ ਤੱਕ ਦਿੰਦੇ ਆ ਦਵਾਈ ਜੀ। ਦੇਸੀ ਦਵਾਈਆਂ ਤੁਸੀਂ ਲਓ 2-3 ਮਹੀਨੇ ਦੇ ਵਿੱਚ ਠੀਕ ਹੋ ਜਾਂਦਾ ਬੰਦਾ ਜੀ। ਜਿਹੜੀਆਂ ਤੁਸੀਂ ਆ ਰਾਤ ਨੂੰ ਨੀਂਦ ਦੀ ਦਵਾਈ ਲੈਂਦੇ ਤਾਂ ਉਹ ਸਾਈਡ ਇਫੈਕਟ ਬਹੁਤ ਹੈ ਜੀ। ਸੌਣ ਵਾਸਤੇ ਦਵਾਈ ਲੈਂਦੇ ਆ ਅੰਗਰੇਜ਼ੀ ਜੀ, ਇਹਦੇ ਸਾਈਡ ਇਫੈਕਟ ਬਹੁਤ ਹੈ। ਬਿਲਕੁਲ, ਤਾਂ ਜਿਵੇਂ ਮਾਨ ਸਾਹਿਬ ਹੋਰੀ ਵੀ ਦੱਸ ਰਹੇ ਨੇ ਕਿ ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਬਹੁਤ ਨੇ। ਇਹ ਆਮ ਚਰਚਾ ਦੇ ਵਿੱਚ ਵੀ ਵਿਸ਼ਾ ਰਿਹਾ ਹੈ ਇਹ। ਤੇ ਜੇ ਸਰਵੇਆਂ ਤੇ ਨਜ਼ਰ ਮਾਰੀ ਜਾਵੇ, ਸਰਵੇ ਵੀ ਇਹੀ ਕਹਿੰਦੇ ਨੇ ਕਿ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹਨਾਂ ਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਨੇ। ਤਾਂ ਮਾਨ ਸਾਹਿਬ ਹੋਰਾਂ ਦੇ ਕੋਲ ਦੇਸੀ ਢੰਗ ਦੇ ਨਾਲ ਇਲਾਜ ਜ਼ਰੂਰ ਨੇ। ਤਾਂ ਮਾਨ ਸਾਹਿਬ, ਜਿਹੜੇ ਲੋਕ ਹਲੇ ਵੀ ਕਿਤੇ ਨਾ ਕਿਤੇ ਸੰਕੋਚ ਕਰਦੇ ਨੇ ਕਿ ਅਸੀਂ ਦੇਸੀ ਦਵਾਈ ਦੇ ਵੱਲ ਨਹੀਂ ਜਾਣਾ ਤੇ ਅੰਗਰੇਜ਼ੀ ਦਵਾਈਆਂ ਦੇ ਵਿੱਚ ਘਿਰੇ ਹੋਏ ਨੇ, ਜੇ ਆਪਾਂ ਉਹਨਾਂ ਨੂੰ ਕੋਈ ਦੇਸੀ ਨੁਕਤਾ ਦੱਸਣਾ ਚਾਹੀਏ ਜਿਸ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਥੋੜਾ ਬਚਾਅ ਹੋ ਸਕਦਾ। ਮੇਰਾ ਤਾਂ ਇਹੀ ਕਹਿਣਾ ਹੈ ਜੀ, ਇਸ ਟਾਈਮ ਜੋ ਮੈਂ ਦੇਖਿਆ ਲੋਕੀ ਅੰਗਰੇਜ਼ੀ ਦਵਾਈਆਂ ਤੋਂ ਹਟ ਕੇ ਦੇਸੀ ਦਵਾਈਆਂ ਚੱਲ ਰਹੇ ਜੀ, ਪੱਕਾ 100% ਜੀ। ਉਹਨਾਂ ਨੂੰ ਵਿਸ਼ਵਾਸ ਹੋ ਰਿਹਾ ਵੀ ਵਾਕਈ ਦਵਾਈਆਂ ਹੈ ਜੀ। ਇਹ ਕਿਉਂਕਿ ਇਹ ਦੇਖਿਆ ਵੀ ਜਾਂਦਾ, ਕੁਝ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਰਹੇ ਨੇ ਦੇਸੀ ਦਵਾਈਆਂ ਨੂੰ ਲੈ ਕੇ, ਪਰ ਜਿਵੇਂ ਜਿਵੇਂ ਇਲਾਜ ਆਏ ਨੇ, ਉਹਨਾਂ ਦੇ ਰਿਜ਼ਲਟ ਆਏ ਨੇ, ਉਸ ਤੋਂ ਬਾਅਦ ਜ਼ਰੂਰ ਕਹਿ ਸਕਦੇ ਆ ਕਿ ਦੇਸੀ ਦਵਾਈਆਂ ਦੇ ਵੱਲ ਲੋਕ ਨੇ ਜਿਹੜੇ ਉਹ ਖਿੱਚੇ ਜਾਣ ਲੱਗੇ ਨੇ। ਕਿਉਂਕਿ ਰਿਜ਼ਲਟ ਜਿਹੜੇ ਅੰਗਰੇਜ਼ੀ ਦਵਾਈਆਂ ਦੇ ਬੜੇ ਖਤਰਨਾਕ ਪਿਛਲੇ ਸਮਿਆਂ ਦੇ ਵਿੱਚ ਦੇਖੇ ਗਏ ਨੇ। ਕਿਉਂਕਿ ਇਹ ਸਰਵੇ ਦੇ ਦੌਰਾਨ ਸਾਹਮਣੇ ਆਇਆ ਸੀ ਕਿ ਇਹ ਕੁਝ ਡਾਕਟਰਾਂ ਦਾ ਇਹ ਵੀ ਡਾਕਟਰ ਨੇ ਜਿਹੜੇ ਉਹਨਾਂ ਦਾ ਮੰਨਣਾ ਕਿ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਉਹ ਇੱਕ ਬਿਮਾਰੀ ਨੂੰ ਠੀਕ ਕਰ ਦਿੰਦੀਆਂ ਨੇ ਤੇ ਦੂਜੀ ਬਿਮਾਰੀ ਨੂੰ ਜਨਮ ਦੇ ਦਿੰਦੀਆਂ ਨੇ। ਦੇਸੀ ਦਵਾਈਆਂ ਦਾ ਜਿਹੜਾ ਇੱਕ ਤਾਂ ਸਾਈਡ ਇਫੈਕਟ ਨਹੀਂ ਹੈਗਾ ਜੇ ਤੁਹਾਨੂੰ 2-3 ਬਿਮਾਰੀਆਂ ਜੇ ਇੱਕ ਮਤਲਬ ਕਿਸੇ ਬਿਮਾਰੀ ਦੀ ਦਵਾਈ ਖਾਏ ਦੂਜੀਆਂ ਵੀ ਠੀਕ ਹੋ ਜਾਂਦੀਆਂ ਉਹਦੇ ਨਾਲ ਜੀ। ਇਹੋ ਜਿਹੀਆਂ ਮਤਲਬ ਜੜੀਆਂ ਬੂਟੀਆਂ 'ਚ ਮਤਲਬ ਤਾਕਤ ਹੈ ਜੀ। ਜੇ ਤੁਹਾਨੂੰ 2-3 ਬਿਮਾਰੀਆਂ 2 ਤਰ੍ਹਾਂ ਦੀਆਂ, ਤੁਸੀਂ ਇੱਕ ਦਵਾਈ ਖਾਧੀ ਇੱਕ ਬਿਮਾਰੀ ਦੇ ਉੱਤੇ, 2 ਉਹ ਵੀ ਠੀਕ ਹੋ ਜਾਂਦੀਆਂ ਜੀ। ਹਾਂਜੀ। ਤਾਂ ਮਾਨ ਸਾਹਿਬ, ਇਹ ਲੋਕ ਸੇਵਾ ਕਰ ਰਹੇ ਹੋ ਤੁਸੀਂ, ਜਿਹੜੀ ਇਸ ਲੋਕ ਸੇਵਾ ਕਰਦੇ ਹੋ, ਤੁਹਾਨੂੰ ਸਮਾਂ ਕਿੰਨਾ ਹੋ ਗਿਆ? ਮੈਨੂੰ ਘੱਟੋ ਘੱਟ ਵੀ ਉਹ ਤਾਂ 4 ਸਾਲ ਹੋ ਗਏ ਜੀ। ਬੱਚਿਆਂ ਦੇ ਹਾਰਟ ਦੀ ਦਵਾਈ ਜਿੰਨੀ ਮੈਂ ਮਤਲਬ ਕੋਰੀਅਰ ਕਰ ਚੁੱਕਿਆ ਜੀ, ਉਹਨਾਂ ਨੂੰ ਮੈਂ ਫ੍ਰੀ ਵੀ ਦਿੱਤੀ ਮਹੀਨੇ 'ਚ। ਕੋਈ ਬੰਦਾ ਕੁਝ ਦੇ ਦੇਵੇ ਠੀਕ ਆ, ਲੈ ਲਿਆ, ਅਦਰਵਾਈਜ਼ ਨਹੀਂ ਜੀ। ਔਰ ਮੈਨੂੰ ਬੜੀ ਖੁਸ਼ੀ ਆ ਜੀ ਬੱਚਿਆਂ ਦੇ ਨਾਂ ਤੇ, ਜਾਂ ਬੱਚਾ ਸਾਡਾ 6 ਮਹੀਨੇ ਦਾ ਜਾਂ ਮਤਲਬ ਸਾਲ ਦਾ 6 ਸਾਲ ਦਾ, ਤੇ ਦਵਾਈ ਕਾਫੀ ਮੈਂ ਉਹਨਾਂ ਨੂੰ ਦੇ ਚੁੱਕਿਆ ਜੀ। ਬਿਲਕੁਲ। ਤਾਂ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ? ਬਹੁਤ ਅੱਛਾ ਰਿਸਪੌਂਸ ਹੈ ਜੀ, ਬਹੁਤ ਖੁਸ਼ੀ ਹੁੰਦੀ ਮੈਨੂੰ ਜੀ। ਇਹ ਤਾਂ ਤੁਹਾਨੂੰ ਦੱਸ ਦਈਏ ਕਿ ਮਾਨ ਸਾਹਿਬ ਹੋਰਾਂ ਨਾਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਸਾਡੇ ਚੈਨਲ ਤੇ ਇੱਕ ਵਾਰ ਪਹਿਲਾਂ ਵੀ ਇਹਨਾਂ ਨੂੰ ਤੁਹਾਡੇ ਰੂਬਰੂ ਕੀਤਾ ਗਿਆ ਸੀ। ਤਾਂ ਨਤੀਜੇ ਲੋਕਾਂ ਦਾ ਮੰਨਣਾ, ਇਹ ਲੋਕ ਰਿਵਿਊ ਆਏ ਸੀਗੇ। ਇਹ ਪਿਛਲੀ ਇੰਟਰਵਿਊ ਦਾ ਜਿਹੜਾ ਲਿੰਕ ਆ ਉਹ ਇਸ ਇੰਟਰਵਿਊ ਦੇ ਨੀਚੇ ਜ਼ਰੂਰ ਪਾਵਾਂਗੇ। ਉਹਦੇ ਕਮੈਂਟਾਂ ਦੇ ਵਿੱਚ ਜਾ ਕੇ ਵੀ ਲੋਕਾਂ ਦਾ ਜਿਹੜਾ ਰਿਸਪੌਂਸ ਹੈ ਉਹ ਤੁਸੀਂ ਖੁਦ ਪੜ੍ਹ ਸਕਦੇ ਹੋ ਕਿ ਲੋਕਾਂ ਨੂੰ ਉਹ ਜਿਹੜਾ ਇਹਨਾਂ ਤੋਂ ਦਵਾਈ ਮੰਗਾਉਣ ਤੋਂ ਬਾਅਦ ਜਿਹੜਾ ਕਿੱਦਾਂ ਦਾ ਉਹਨਾਂ ਦਾ ਤਜਰਬਾ ਰਿਹਾ ਹੈ। ਤਾਂ ਮਾਨ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਮਾਨ ਸਾਹਿਬ, ਦੇਖਿਆ ਜਾਵੇ ਲੋਕ ਬਿਮਾਰੀਆਂ ਦੇ ਵਿੱਚ ਘਿਰਦੇ ਜਾ ਰਹੇ ਨੇ। ਸ਼ੂਗਰ ਦੀ ਗੱਲ ਕਰ ਲਈ, ਬੱਚਿਆਂ ਦੇ ਹਾਰਟ ਦੀ ਗੱਲ ਕਰ ਲਈ, ਤਾਂ ਇੱਕ ਜਿਹੜਾ ਮੋਤੀਆ ਦੀ ਬਿਮਾਰੀ ਵੀ ਕਾਫੀ ਚਰਚਾ ਦੇ ਵਿੱਚ ਰਹੀ ਆ, ਉਹਦੇ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਥੋੜਾ ਚਾਨਣਾ ਪਾਓ। ਚਿੱਟਾ ਮੋਤੀਆ ਤੋਂ ਬਾਅਦ ਹੀ ਫਿਰ ਜੇ ਕਾਲਾ ਮੋਤੀਆ ਬਣਦਾ, ਚਿੱਟਾ ਮੋਤੀਆ ਨਹੀਂ ਇਲਾਜ ਕਰਾ ਦਿੰਦੇ ਆਪਾਂ। ਚਿੱਟਾ ਮੋਤੀਆ ਮੇਰਾ ਖਿਆਲ ਜੀ 4 ਮਹੀਨੇ 'ਚ ਖਤਮ ਹੁੰਦਾ, ਕਾਲੇ ਮੋਤੀਏ ਨੂੰ ਥੋੜਾ ਟਾਈਮ ਲੱਗਦਾ ਜੀ। ਤਾਂ ਉਹਦੇ ਲੱਛਣ ਕੀ ਨੇ, ਜਿਹੜਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਡਾਕਟਰ ਚੈੱਕ ਕਰਦੇ ਜੀ ਉਹਨੂੰ, ਉਹਦੇ ਵਿੱਚ ਮਤਲਬ ਜਦੋਂ ਬੰਦਾ ਦਿਖਦਾ ਮਤਲਬ ਆਪਣੀ ਉਹਦੇ ਅੱਖ ਦੇ ਵਿੱਚ ਆ ਜਾਂਦਾ ਤਾਂ ਉਹਨੂੰ ਖੁਦ ਪਤਾ ਲੱਗ ਜਾਂਦਾ। ਲੜਕਣ ਦਾ ਨਹੀਂ ਕਹਿੰਦਾ, ਮੈਨੂੰ ਪਤਾ ਲੱਗਦਾ ਵੀ ਧੁੰਦਲਾ ਦਿਖਦਾ ਵੀ ਮੇਰੀ ਕੋਈ ਕੁਝ ਹੈ ਜੀ। ਉਹ ਡਾਕਟਰ ਡਿਕਲੇਅਰ ਕਰ ਦਿੰਦਾ ਵੀ ਕਾਲਾ ਮੋਤੀ ਜਾਂ ਚਿੱਟਾ ਮੋਤੀ ਜੀ। ਤਾਂ ਇੱਕ ਹੋਰ ਵੀ ਬੜਾ ਅਹਿਮ ਮੁੱਦਾ ਰਿਹਾ, ਖਾਸ ਕਰਕੇ ਅੱਖਾਂ ਦਾ, ਡਾਕਟਰ ਸਾਹਿਬ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਜਾਂ ਤਾਂ ਜ਼ਿਆਦਾ ਸਮਾਂ ਮੋਬਾਈਲ ਦੇ ਵਿੱਚ ਗੁਜ਼ਾਰਦੇ ਨੇ ਜਾਂ ਕੰਪਿਊਟਰ ਵਗੈਰਾ ਦੇ ਵਿੱਚ ਗੁਜ਼ਾਰਦੇ ਨੇ, ਤਾਂ ਨੌਜਵਾਨਾਂ ਦੀਆਂ ਨੇ ਜਿਹੜੀਆਂ ਅੱਖਾਂ ਤਾਂ ਕਰਕੇ ਕਮਜ਼ੋਰ ਹੁੰਦੀਆਂ ਜਾਂਦੀਆਂ ਨੇ। ਬੱਚਿਆਂ ਤੇ ਪੜ੍ਹਾਈ ਦਾ ਬੋਝ ਇੰਨਾ ਪੈ ਗਿਆ, ਉਹਨਾਂ ਦੀ ਅੱਖਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਨੇ। ਤਾਂ ਉਹਦੇ ਲਈ ਤੁਹਾਡੇ ਕੋਲ ਕੋਈ ਇਲਾਜ? ਉਹਦੇ ਵਾਸਤੇ ਤਾਂ ਇਸ ਤਰ੍ਹਾਂ ਵੀ ਜੇ ਬੱਚੇ ਦੇ ਮਤਲਬ ਅੱਖਾਂ ਤੇ ਐਨਕ ਲੱਗੀ ਹੋਵੇ, ਅਸੀਂ ਉਹਨੂੰ ਦਵਾਈ ਦੇਵਾਂਗੇ, ਅੱਖਾਂ ਦੀ ਐਨਕ ਉਤਰ ਜਾਏ ਜੀ। ਹਾਂਜੀ। ਇਹ ਤਾਂ ਕਿਉਂਕਿ ਬੱਚਾ ਜੀ, ਇਹ ਤਾਂ ਜੇ ਨੌਜਵਾਨ ਜਾਂ ਫਿਰ ਕਿਸੇ ਬਜ਼ੁਰਗ ਤੇ ਇਹ ਐਕਸਪੀਰੀਅੰਸ, ਬਜ਼ੁਰਗ ਦਾ ਤਾਂ ਜੀ ਮਤਲਬ ਹੁਣ ਬਜ਼ੁਰਗ ਹੋ ਗਿਆ, ਉਹਦੇ ਜਿਹੜੀਆਂ ਨਸਾਂ ਪਿੱਛੇ ਪਾਸੇ ਆ ਉਹ ਕਮਜ਼ੋਰ ਹੋਣੀਆਂ ਜੀ, ਤੇ ਉਹਦਾ ਤਾਂ ਵੀਕਨੈਸ ਆਣੀ ਆ ਅੱਖਾਂ ਦੇ ਵਿੱਚ। ਤਾਂ ਉਹ ਤਾਂ ਹੈ। ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਮਤਲਬ ਜਮਾਤ ਨੂੰ ਜਾਂ ਕਿਸੇ ਤਰੀਕੇ ਨਾਲ ਉਹ ਮਤਲਬ ਉਹਨੂੰ ਅਸੀਂ ਦਵਾਈ ਦੇ ਸਕਦੇ, ਉਹਦੀਆਂ ਐਨਕਾਂ ਉਤਰ ਸਕਦੀਆਂ। ਬਿਲਕੁਲ। ਤਾਂ ਡਾਕਟਰ ਸਾਹਿਬ,
ਦੇਖਿਆ ਵੀ ਜਾਵੇ ਨਾ ਸਾਰੀਆਂ ਬਿਮਾਰੀਆਂ ਨੂੰ, ਜਿਹੜੀਆਂ ਜ਼ਿਆਦਾਤਰ ਬਿਮਾਰੀਆਂ ਨੇ, ਬੇਸ਼ੱਕ ਸ਼ੂਗਰ ਦੀ ਹੋਵੇ, ਅੱਖਾਂ ਦੀ ਹੋਵੇ, ਇਹ ਤਾਂ ਇਹਦੀ ਸ਼ੁਰੂਆਤ ਇਹ ਮੰਨਿਆ ਜਾਂਦਾ ਕਿ ਬੀਪੀ ਤੋਂ ਹੁੰਦੀ ਆ ਕਿਤੇ ਨਾ ਕਿਤੇ। ਕਿਉਂਕਿ ਆਮ ਲੋਕਾਂ ਦਾ ਅੱਜ ਦੇ ਟਾਈਮ ਦੇ ਵਿੱਚ ਜੇ ਨਾਰਮਲ ਕਿਸੇ ਵਿਅਕਤੀ ਦਾ ਬੀਪੀ ਵੀ ਚੈੱਕ ਕਰਵਾਇਆ ਜਾਵੇ, ਜਦੋਂ ਤੁਹਾਨੂੰ ਅਪ ਮਿਲਦਾ ਤੇ ਜਾਂ ਹਾਈ ਮਿਲਦਾ, ਤਾਂ ਕੀ ਕਾਰਨ ਨੇ ਕਿ ਲੋਕਾਂ ਦੇ ਬੀਪੀ ਆ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਸਥਿਰ ਨਹੀਂ ਰਹਿੰਦਾ? ਬੀਪੀ ਦਾ ਤਾਂ ਟੈਨਸ਼ਨ ਹੈ ਜਾਂ ਬੀਪੀ ਦਾ ਜੀ, ਜਾਂ ਮਤਲਬ ਸਰੀਰ ਦਾ ਜਿਹੜਾ ਸਿਸਟਮ ਨਹੀਂ ਵਿਗੜਿਆ ਹੋਇਆ ਜੀ, ਬੀਪੀ ਤਾਂ ਹੁੰਦਾ ਜੀ। ਇਹ ਤਾਂ ਇਹਦੇ ਲਈ ਜੇ ਕੋਈ ਦੇਸੀ ਨੁਕਤਾ? ਹਾਂਜੀ ਹੈ ਜੀ, ਹਾਂ ਬਿਲਕੁਲ, ਕਿਉਂਕਿ ਲੋਕਾਂ ਨੂੰ ਇੱਕ ਤਾਂ ਇਹ ਹੁੰਦਾ ਕਿ ਜ਼ਰੂਰ ਉਹਨਾਂ ਦਾ 2-2.5 ਮਹੀਨੇ ਸਾਡੀ ਦਵਾਈ ਖਾਣ ਨਾਲ ਠੀਕ ਹੋ ਜਾਏ, ਚਾਹੇ ਲੋ ਹੋਵੇ ਚਾਹੇ ਹਾਈ ਹੋਵੇ। ਜੀ, ਕਿਉਂਕਿ ਇਹ ਮੰਨਿਆ ਜਾਂਦਾ ਨਾ ਕਿ ਬੀਪੀ ਜੇ ਬੰਦੇ ਨੂੰ ਰੈਗੂਲਰ ਹੀ ਰਹਿੰਦਾਗਾ, ਕਿਉਂਕਿ ਨਾਰਮਲ ਕਿਸੇ ਵਿਅਕਤੀ ਨੂੰ ਬੀਪੀ ਰਹਿੰਦਾ ਤਾਂ ਫਿਰ ਉਹਨੂੰ ਦਵਾਈ ਲੈਣੀ ਪੈਂਦੀ ਹੈ, ਦਵਾਈ ਲੈਂਦਾਗਾ ਤੇ ਉਹ ਦਵਾਈਆਂ ਤੇ ਲੱਗ ਜਾਂਦਾ, ਫਿਰ ਉਹ ਦਵਾਈ ਨੇ ਅੱਗੇ ਕਿਸੇ ਰੋਗ ਨੂੰ ਹੋਰ ਜਿਹੜਾ ਜਨਮ ਦੇਣਾਗਾ, ਜਿਸ ਦੇ ਨਾਲ ਲੋਕਾਂ ਦੇ ਜਿਹੜੇ ਨੁਕਸਾਨ ਨੇ ਉਹ ਵੱਡੇ ਪੱਧਰ ਤੇ ਸਰੀਰ ਤੇ ਵੀ ਦੇਖਣ ਨੂੰ ਮਿਲਦੇ ਨੇ, ਜਿਸ ਦਾ ਇਹ ਕਾਰਨ ਵੀ ਮੰਨਿਆ ਜਾਂਦਾ ਕਿ ਮੋਟਾਪੇ ਦਾ ਕਾਰਨ ਵੀ ਕਿਤੇ ਨਾ ਕਿਤੇ ਬੀਪੀ ਮੰਨਿਆ ਜਾਂਦਾ ਕਿ ਇਹ ਕਿਉਂਕਿ ਲੋਕਾਂ ਦੇ ਕੋਲ ਰੈਸਟ ਦੇ ਲਈ ਸਮਾਂ ਨਹੀਂ ਹੁੰਦਾ। ਹਾਂਜੀ, ਬੀਪੀ ਤੇ ਸਾਡੀ ਦੇਸੀ ਦਵਾਈ ਲੈਣ ਦੇ ਨਾਲ ਉਹਦੀ ਅੰਗਰੇਜ਼ੀ ਦਵਾਈ ਛੁੱਟ ਜਾਏਗੀ। ਬੀਪੀ ਦੀ 2-2.5-3 ਮਹੀਨੇ ਛਕੇ ਤਾਂ ਮਤਲਬ ਖਾਵੇ ਤਾਂ ਆਪਣੀ ਉਹਦਾ ਠੀਕ ਹੋ ਜਾਵੇ। ਬਿਲਕੁਲ। ਤਾਂ ਮੁੜ ਤੋਂ ਇੱਕ ਵਾਰ ਸ਼ੂਗਰ ਤੇ ਆਉਂਦੇ ਹਾਂ ਮਾਨ ਸਾਹਿਬ, ਕਿਉਂਕਿ ਇਹ ਸ਼ੂਗਰ ਦੇ ਲੱਛਣ ਜ਼ਰੂਰ ਦਰਸ਼ਕਾਂ ਨੂੰ ਦੱਸ ਦਿੱਤੇ ਜਾਣ ਤਾਂ ਜੋ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ ਹੀ ਪਤਾ ਲੱਗ ਜੇ ਵੀ ਇਹ ਅਸੀਂ ਜਿਹੜਾ ਸ਼ੂਗਰ ਦੇ ਵੱਲ ਖਿੱਚੇ ਜਾ ਰਹੇ ਹਾਂ ਤੇ ਸਮਾਂ ਰਹਿੰਦੇ ਹੀ ਉਹ ਆਪਣਾ ਇਲਾਜ ਕਰਵਾ ਲੈਣਾ, ਉਹਦੀ ਬਿਮਾਰੀ ਹੈ ਜਿਹੜੀ ਉਹ ਜ਼ਿਆਦਾ ਅਟੈਕ ਨੂੰ ਉਹਨਾਂ ਤੇ ਨਾ ਕਰ ਸਕੇ। ਸ਼ੂਗਰ ਦਾ ਇਹ ਹੈ ਜੀ, ਸ਼ੂਗਰ ਦਾ ਤਾਂ ਪੈਰ ਸੁੰਨ ਰਹਿਣ ਲੱਗ ਪੈਂਦੇ ਆ ਜੀ, ਬੰਦੇ ਨੂੰ ਮਤਲਬ ਥਕਾਵਟ ਮਹਿਸੂਸ ਹੁੰਦੀ ਹੈ ਜੀ, ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਹਰ ਵੇਲੇ ਥੱਕਿਆ ਮਹਿਸੂਸ ਕਰਨਾ, ਸਰੀਰ ਚੁਸਤ ਨਹੀਂ ਰਹਿੰਦਾ, ਮਤਲਬ ਗਿਰਿਆ ਜਿਹਾ ਰਹਿਣਾ। ਫਿਰ ਉਹ ਸ਼ੂਗਰ ਹੈ, ਫਿਰ ਜਾਂਦਾ ਵੀ ਉੱਥੇ ਸ਼ੂਗਰ ਚੈੱਕ ਕਰਾਉਂਦਾ ਜਾਂ ਘਰਾਂ ਚੈੱਕ ਕਰਦਾ, ਉਹਦੀ ਸ਼ੂਗਰ ਵਧੀਆ ਹੁੰਦੀ ਹੈ ਜੀ। ਕਾਰਨ ਇਹੀ ਆ ਮਿੱਠਾ ਖਾਣਾ ਜਾਂ ਸੈਰ ਨਹੀਂ ਕਰਨੀ ਜਾਂ ਤੁਸੀਂ ਬਾਹਰ ਦੀਆਂ ਬਾਜ਼ਾਰ ਦੀਆਂ ਚੀਜ਼ਾਂ ਖਾਣੀਆਂ ਤੇ ਜਿਹੜੇ ਦੇਸੀ ਚੀਜ਼ਾਂ ਆਪਾਂ ਪਹਿਲਾਂ ਖਾਂਦੇ ਸੀ ਉਹ ਭੁੱਲ ਗਏ ਤੇ ਸ਼ੂਗਰ ਵਧਣ ਲੱਗ ਗਏ ਜੀ। ਬਿਲਕੁਲ, ਜੇ ਅਸੀਂ ਖਾਣੇ ਪੀਣੇ ਆਪਣੇ ਉਹੀ ਪਹਿਲੇ ਮਤਲਬ ਜ਼ਮਾਨੇ ਦੀਆਂ ਚੀਜ਼ਾਂ ਖਾਵਾਂਗੇ ਤਾਂ ਸਾਨੂੰ ਸ਼ੂਗਰ ਨਹੀਂ ਹੋ ਸਕਦੀ। ਪਰ ਦੇਖਿਆ ਜਾਵੇ ਮਾਨ ਸਾਹਿਬ, ਅੱਜ ਦੇ ਟਾਈਮ ਦੇ ਲੋਕਾਂ ਦਾ ਤਾਂ ਇਹ ਕਹਿਣਾ ਕਿ ਜਿਹੜੀਆਂ ਪਹਿਲੀਆਂ ਚੀਜ਼ਾਂ ਸੀ ਉਹ ਬੜੀਆਂ ਹਾਰਡ ਹੁੰਦੀਆਂ ਸੀ। ਅੱਜ ਦੇ ਟਾਈਮ ਦੇ ਵਿੱਚ ਲੋਕਾਂ ਤੋਂ ਹਾਰਡ ਚੀਜ਼ਾਂ ਕਿੱਥੇ ਖਾਧੀਆਂ ਜਾਂਦੀਆਂ ਨੇ? ਠੀਕ ਹੈ ਹੈ ਨਾ, ਇਹ ਗੱਲ ਜ਼ਰੂਰ ਮੰਨਣੀ ਆ। ਪਰ ਦੇਖਿਆ ਵੀ ਜਾਵੇ ਅੱਜ ਦੇ ਲੋਕਾਂ ਦੀ ਕਿਤੇ ਨਾ ਕਿਤੇ ਅੰਦਰੂਨੀਆਂ ਵੀ ਕਮਜ਼ੋਰੀਆਂ ਲੋਕਾਂ ਦੇ ਵਿੱਚ ਆ ਚੁੱਕੀਆਂ ਨੇਗੀਆਂ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਅੱਜ ਦੇ ਲੋਕ ਜ਼ਿਆਦਾ ਕਹਿ ਸਕਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ 버ਗਰ ਪੀਜ਼ਿਆਂ ਤੇ ਇੰਨੇ ਲੱਗ ਚੁੱਕੇ ਨੇ ਲੋਕ, ਬਾਹਰ ਦੀਆਂ ਚੀਜ਼ਾਂ ਤੇ ਇੰਨੇ ਲੱਗ ਚੁੱਕੇ ਨੇ ਕਿ ਜਦੋਂ ਕੋਈ ਬੱਚਾ ਪੈਦਾ ਹੋਣ ਤੋਂ ਬਾਅਦ ਜਦੋਂ ਉਹਨੇ ਖਾਣਾ ਸ਼ੁਰੂ ਕਰਨਾ ਉਸ ਤੋਂ ਬਾਅਦ ਉਹਨੂੰ ਆਈਸਕ੍ਰੀਮਾਂ ਤੇ ਲਾ ਦਿੱਤਾ ਜਾਂਦਾ ਹੈਗਾ, ਬਾਹਰ ਦੀਆਂ ਚੀਜ਼ਾਂ ਤੇ ਲਾ ਦਿੱਤਾ ਜਾਂਦਾ। ਬੱਚਿਆਂ ਦੇ ਮਤਲਬ ਛੁੱਟੀ ਕਰਦੇ ਆ, ਉੱਥੋਂ ਬਾਹਰ 버ਗਰ ਖਾ ਲੈਂਦੇ ਆ, ਘਰਾਂ ਵਾਸਤੇ ਵੀ ਲੈ ਆਉਂਦੇ ਆ ਜੀ, ਤੇ ਇਦਾਂ ਦੀਆਂ ਚੀਜ਼ਾਂ ਬਾਜ਼ਾਰ ਮਿਲਦੀਆਂ ਹੈਗੀਆਂ, ਉਹ ਖਾ ਕੇ ਗੁਜ਼ਾਰਾ ਕਰਦੇ ਆ। ਘਰ ਦੇ ਵੀ ਇੰਨੇ ਹੋ ਗਏ ਆ ਵੀ ਰੋਟੀ ਬਣਾ ਕੇ ਦਈਏ ਵਧੀਆ ਬੱਚੇ ਨੂੰ, ਬੇਟੇ ਬਾਹਰ ਨਹੀਂ ਕੁਝ ਖਾਣਾ ਹੈਗਾ, ਬਾਹਰ ਦੀਆਂ ਚੀਜ਼ਾਂ ਬਿਲਕੁਲ ਬੰਦ ਕਰੋ, ਤੁਸੀਂ ਘਰਾਂ ਖਾਣਾ ਖਾਓ ਵਧੀਆ। ਤੇ ਇਹਦਾ ਮਾਂ-ਬਾਪ ਨੂੰ ਤੇ ਡਿਪੈਂਡ ਹੁੰਦਾ ਜੀ, ਮਤਲਬ ਮਾਂ-ਬਾਪ ਬੱਚਿਆਂ ਨੂੰ ਕਿੱਦਾਂ ਆਪਣਾ ਕਰਦੇ। ਬਿਲਕੁਲ। ਤਾਂ ਸਾਡੇ ਨਾਲ ਭਾਈ ਮਲਕੀਤ ਸਿੰਘ ਮਾਨ ਹੋਰੀ ਜੁੜੇ ਹੋਏ ਸੀ, ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਕਿ ਇਹ ਕਿਉਂਕਿ ਇਹਨਾਂ ਦੇ ਆਪਾਂ ਪਹਿਲਾਂ ਇੰਟਰਵਿਊ ਜਦੋਂ ਕੀਤੀ ਸੀ ਲੋਕਾਂ ਦਾ ਇੱਕ ਚੰਗਾ ਰਿਸਪੌਂਸ ਮਿਲਿਆ, ਤਾਂ ਹੁਣ ਵੀ ਨੀਚੇ ਨੰਬਰ ਫਲੈਸ਼ ਹੋ ਰਿਹਾ। ਜੇ ਤੁਸੀਂ ਸ਼ੂਗਰ ਜਾਂ ਤੁਹਾਡੇ ਬੱਚੇ ਦੇ ਦਿਲ ਦੇ ਵਿੱਚ ਕੋਈ ਛੇਕ ਹੈ ਜਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੋ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਸਾਧ ਸਕਦੇ ਹੋ। ਅੰਬਾਲਾ ਕੈਂਟ ਜਾਂ ਫਿਰ ਮੋਹਾਲੀ ਦੇ ਵਿੱਚ ਇਹਨਾਂ ਦਾ ਦਫ਼ਤਰ ਹੈ, ਉੱਥੇ ਪਹੁੰਚ ਕੇ ਵੀ ਤੁਸੀਂ ਦਵਾਈ ਲੈ ਸਕਦੇ ਹੋ। ਜੇ ਤੁਹਾਡੇ ਕੋਲ ਸਮਾਂ ਨਹੀਂ ਹੈ, ਤੁਸੀਂ ਆਨਲਾਈਨ ਦਵਾਈ ਮੰਗਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਫੋਨ ਤੇ ਸੰਪਰਕ ਕਰੋ, ਤੁਹਾਨੂੰ ਦਵਾਈ ਆਨਲਾਈਨ ਵੀ ਭੇਜੀ ਜਾ ਸਕਦੀ ਹੈ। ਤਾਂ ਭਾਈ ਮਲਕੀਤ ਸਿੰਘ ਹੋਰੀ ਸਾਡੇ ਨਾਲ ਸੀਗੇ, ਜਿਨ੍ਹਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ। ਤਾਂ ਬਹੁਤ ਬਹੁਤ ਧੰਨਵਾਦ ਮਲਕੀਤ ਸਿੰਘ ਜੀ, ਲੋਕਾਂ ਨੂੰ, ਸਾਡੇ ਦਰਸ਼ਕਾਂ ਨੂੰ ਅਹਿਮ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕਰਨ ਦੇ ਲਈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਜਿਹੀ ਜਾਣਕਾਰੀ ਲੋਕਾਂ ਦੇ ਲਈ ਬਹੁਤ ਜ਼ਰੂਰੀ ਆ। ਤਾਂ ਇੱਕ ਨਵੇਂ ਮਾਮਲੇ ਦੇ ਨਾਲ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ, ਤੁਸੀਂ ਬਣੇ ਰਹੋ ਸਕਰੋਲ ਪੰਜਾਬ ਦੇ ਨਾਲ।